श्री अकाल जी, मैं ਤੁਹਾਡੀ ਹੋਸਟ ਪ੍ਰਭਸਿਮਰਨ ਕੌਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ। ਅੱਜ ਅਸੀਂ ਕਾਲਸ ਲਵਾਂਗੇ, ਨਾਲੇ ਗੱਲ ਕਰਾਂਗੇ ਕੁਝ ਟੌਪਿਕਸ ਦੇ ਰਿਗਾਰਡਿੰਗ, ਸਪੈਸ਼ਲੀ ਕੈਨੇਡਾ ਦੀ ਗੱਲ ਕਰਾਂਗੇ ਨਿਊ ਅਪਡੇਟਸ ਕੀ ਨੇ, VFS ਬਾਰੇ ਜਾਣਾਂਗੇ, SGS ਨॉन SGS ਕੈਟਾਗਰੀਜ਼ ਬਾਰੇ ਗੱਲਬਾਤ ਕਰਾਂਗੇ, ਪਬਲਿਕ ਕਾਲਜਸ ਬਾਰੇ ਜਾਣਾਂਗੇ। ਇਹ ਸਾਰੀ ਇਨਫੋਰਮੇਸ਼ਨ ਦੇਣ ਦੇ ਲਈ ਜਿਹੜੇ ਸਾਡੇ ਨਾਲ ਐਕਸਪਰਟ ਮੌਜੂਦ ਨੇ, ਉਹਨਾਂ ਦਾ ਨਾਮ ਹੈ ਮਿਸਟਰ ਦੀਪ ਸੰਧੂ ਫਰਮ ਨੈਕਸਟ ਇਮੀਗ੍ਰੇਸ਼ਨ। ਸਤਿ ਸ਼੍ਰੀ ਅਕਾਲ ਸਰ। ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਵੈਰੀ ਮਚ ਮੈਡਮ। ਪਹਿਲਾਂ ਕੈਨੇਡਾ ਦੀ ਸਿਰ ਆਪਾਂ ਗੱਲ ਕਰਨ ਦੇ ਲਈ ਆਏ ਹਾਂ ਤਾਂ ਉਹਦੀ ਗੱਲ ਕਰ ਲੈਂਦੇ ਹਾਂ। ਅਪਡੇਟਸ ਬਾਰੇ ਜਾਣਨਾ ਚਾਹੁੰਦੀ ਹਾਂ ਕਿਉਂਕਿ ਜ਼ਿਆਦਾਤਰ ਕੁਐਸਚਨ ਇਹੀ ਹੁੰਦਾ ਹੈ ਕਿ ਕੈਨੇਡਾ ਦੇ ਰਿਗਾਰਡਿੰਗ ਨਿਊ ਅਪਡੇਟਸ ਕੀ ਨੇ। ਬਿਲਕੁਲ ਜੀ, ਕੋਵਿਡ-19 ਕਰਕੇ ਜਿਹੜਾ ਆਪਾਂ ਦੇਖਿਆ ਕਿ ਸਾਰਾ ਸਿਸਟਮ ਵੀ ਇੱਕ ਤਰ੍ਹਾਂ ਦਾ ਸਟਕ ਹੋ ਚੁੱਕਿਆ ਸੀ, ਤਾਂ ਬੱਚੇ ਸੋਚ ਰਹੇ ਸੀ ਕਿ ਕੀ ਅਸੀਂ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਜਾ ਪਾਵਾਂਗੇ। ਤਾਂ ਜਿਹੜਾ ਹੁਣ ਅਪਡੇਟ ਨਵੀਂ ਇਹ ਆਈ ਹੈਗੀ ਹੈ ਕਿ ਕੈਨੇਡਾ ਓਪਨ ਹੋ ਚੁੱਕਿਆ ਹੈ, ਵੈਸੇ ਹੀ ਰਿਜ਼ਿਊਮ ਕਰ ਚੁੱਕੀਆਂ, ਸਾਰੇ ਆਪਣੇ ਵਰਕਸ ਉੱਦਾਂ ਹੀ ਕਰਨ ਲੱਗ ਗਈਆਂ। ਤਾਂ ਬੱਚਿਆਂ ਲਈ ਇੱਕ ਬਹੁਤ ਵੱਡਾ ਇੱਕ ਸੁਨਹਿਰੀ ਮੌਕਾ ਹੈਗਾ ਕਿ ਜਿਹੜਾ ਕੈਨੇਡਾ ਨੇ cac.gc.ca ਤੇ ਵੀ ਆਪਣਾ ਮੈਂਸ਼ਨ ਕੀਤਾ ਹੋਇਆ ਕਿ ਪੂਰੇ ਏਸ਼ੀਆ ਤੋਂ ਤਕਰੀਬਨ 10 ਲੱਖ ਜਿਹੜਾ ਬੱਚਾ ਹੈਗਾ ਉਹਨਾਂ ਨੇ ਲੈਣਾ ਹੈਗਾ। ਤਾਂ ਬੱਚਿਆਂ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਹੈਗੀ ਹੈ ਕਿ ਬੱਚੇ ਹੁਣ ਅਪਲਾਈ ਕਰਕੇ ਵੀਜ਼ਾ ਵੀ ਲੈ ਸਕਦੇ ਆ। ਕੁਝ ਬਹੁਤ ਜ਼ਿਆਦਾ ਉਹਨਾਂ ਨੇ ਸੌਫਟਨੈਸ ਜਿਵੇਂ ਕਹਿ ਸਕਦੇ ਹੋ, ਰਿਲੈਕਸੇਸ਼ਨ ਜਿਹੜੀ ਕਹਿ ਸਕਦੇ ਦਿੱਤੀ ਹੈਗੀ ਹੈ। ਤਾਂ ਜਿਹੜੀ ਐਮਬੈਸੀਜ਼ ਦਾ ਵਰਕ ਰਿਜ਼ਿਊਮ ਹੋ ਚੁੱਕਿਆ, ਮੈਂ ਚਾਹੁੰਦਾ ਕਿ ਬੱਚੇ ਉਸ ਚੀਜ਼ ਦਾ ਲਾਭ ਉਠਾਉਣ। ਜੀ, ਜੇ ਤੁਸੀਂ ਕਹਿ ਰਹੇ ਹੋ ਰਿਲੈਕਸੇਸ਼ਨ ਦਿੱਤੀਆਂ ਗਈਆਂ ਨੇ, ਈਜ਼ ਕੀਤਾ ਗਿਆ ਬੱਚਿਆਂ ਵਾਸਤੇ, ਐਪਲੀਕੈਂਟਸ ਵਾਸਤੇ, ਉਹ ਕਿਸ ਰੂਪ ਦੇ ਵਿੱਚ ਇੰਨੀ ਈਜ਼ੀਨੈਸ ਦਿੱਤੀ ਗਈ ਹੈ? ਜਿਹੜੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਇਸ ਟਾਈਮ ਕਿ ਕੈਨੇਡਾ ਜਿਹੜਾ ਬੱਚਾ ਅਪਲਾਈ ਕਰਦਾ ਸੀ, ਜਿਵੇਂ ਪਹਿਲਾਂ ਓਵਰਆਲ 6 ਈਚ ਲੈ ਕੇ ਚੱਲਦੇ ਆ, SDS ਨੌਨ SDS ਦੀ ਆਪਾਂ ਇਸ ਮੰਚ ਤੇ ਗੱਲ ਕਰ ਲੈਂਦੇ ਆ ਕਿ SDS ਦੇ ਵਿੱਚ ਪਹਿਲਾਂ 6 ਈਚ ਜਿਹੜਾ ਚਾਹੀਦਾ ਹੁੰਦਾ ਸੀ, ਉਹਦੇ ਥੋੜੀ ਜਿਹੀ ਰਿਲੈਕਸੇਸ਼ਨ ਇਹ ਦਿੱਤੀ ਹੈ ਕਾਲਜਿਸ ਨੇ ਕਿ 21.5 ਜਾਂ 2.5 ਕੁਝ ਕਾਲਜਿਸ ਆਪਟ ਕਰਨ ਲੱਗ ਗਏ ਨੇ। ਨਾਲ ਹੀ ਆਪਣਾ ਜਿਹੜਾ ਆਪਾਂ ਜਨਰਲ ਕੈਟਾਗਰੀ ਦੀ ਗੱਲ ਕਰਦੇ ਆ, ਜਿਹੜੇ ਬੱਚਿਆਂ ਦੇ ਪਰਸੈਂਟੇਜ ਘਟ ਜਾਂਦੀ ਹੈ ਜਾਂ ਗੈਪ ਵੱਧ ਜਾਂਦਾ ਹੈ ਜਾਂ ਉਹਨਾਂ ਦੇ ਜਿਹੜਾ IELTS ਸਕੋਰ ਹੈ ਓਵਰਆਲ 6, 2.5 ਜਾਂ 3.5, ਉਹ ਵੀ ਅਪਲਾਈ ਕਰ ਸਕਦੇ ਆ। ਰਿਲੈਕਸੇਸ਼ਨ ਇਹ ਸੁਣਨ ਨੂੰ ਮਿਲ ਰਹੀ ਹੈ ਕਿ ਇੱਕ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਵੀਜ਼ਾ ਜਿਹੜਾ ਗ੍ਰੈਂਟ ਕਰਨਾ ਹੈ, ਬਹੁਤ ਹੀ ਮਤਲਬ ਕਿ ਤਾਦਾਦ ਦੇ ਵਿੱਚ ਉਹਨਾਂ ਨੇ ਵੀਜ਼ਾਸ ਦੇਣੇ ਹੈਗੇ ਆ। ਚਾਈਨਾ ਤੋਂ ਕੋਵਿਡ-19 ਸਟਾਰਟ ਹੋਇਆ ਸੀ, ਫਿਰ ਤੁਸੀਂ ਦੇਖ ਸਕਦੇ ਹੋ ਕਿ ਸ਼ੈਂਗਨ ਕੰਟਰੀਜ਼ ਉਹਨਾਂ ਨੇ ਅਪਰੋਚ ਕੀਤਾ। ਸਭ ਤੋਂ ਜ਼ਿਆਦਾ ਜਿਹੜਾ ਖਤਰਾ ਜਾਂ ਜਿਹੜਾ ਕੋਵਿਡ-19 ਕਰਕੇ ਜਿਹੜੀਆਂ ਡੈਥਸ ਹੋਈਆਂ ਨੇ ਜਾਂ ਚਾਈਨਾ ਜਾਂ ਆਪਾਂ ਕਹਿ ਸਕਦੇ ਹਾਂ ਕੀ ਕਹਿੰਦੇ ਸ਼ੈਂਗਨ ਦੇ ਵਿੱਚ, ਪਰ ਉਹਨਾਂ ਨੇ ਕੰਮ ਆਪਣੇ ਓਪਨ ਕਰਤੇ ਆ। ਸ਼ੈਂਗਨ ਦੁਬਾਰਾ ਉਹਨਾਂ ਨੇ ਸਟਾਰਟ ਕਰਤਾ ਹੈਗਾ, ਇਟਲੀ ਵਗੈਰਾ ਉਹਨਾਂ ਨੇ ਸਟਾਰਟ ਕਰਤੇ ਆ। ਬਟ ਚਾਈਨਾ ਤੋਂ ਜਿਹੜੇ ਕੋਵਿਡ-19 ਦੀ ਜਿਹੜੀ ਇੱਕ ਬਿਗਨਿੰਗ ਹੋਈ ਸੀ, ਤਾਂ ਕੈਨੇਡਾ ਜਾਂ ਹੋਰ ਕੰਟਰੀਜ਼ ਨੇ ਉਹਨਾਂ ਨੂੰ ਬੈਨ ਕੀਤਾ। ਬਿਲਕੁਲ। ਤਾਂ ਬੱਚਿਆਂ ਲਈ ਇੱਕ ਇਹ ਖੁਸ਼ਖਬਰੀ ਦੀ ਗੱਲ ਹੈ ਕਿ ਜਿਹੜੇ ਬੱਚੇ ਚਾਈਨਾ ਤੋਂ ਜਾਂਦੇ ਸੀ ਜਾਂ ਕੁਝ ਹੋਰ ਏਸ਼ੀਅਨ ਕੰਟਰੀਜ਼ ਤੋਂ ਜਾਂਦੇ ਹੈਗੇ ਸੀ, ਤਾਂ ਸਭ ਤੋਂ ਜ਼ਿਆਦਾ ਹੁਣ ਬੱਚੇ ਉਹਨਾਂ ਨੇ ਇੰਡੀਆ ਤੋਂ ਪਿਕਅਪ ਕਰਨੇ। ਮੀਨਸ ਬਹੁਤ ਅਨਫੋਰਚੂਨੇਟ ਹੈ, ਬਟ ਇਹ ਇੱਕ ਅੱਛੀ ਓਪਰਚੁਨਿਟੀ ਬਾਈ ਚਾਂਸ ਸਾਨੂੰ ਮਿਲ ਗਈ ਹੈ ਕਿ ਚਾਈਨਾ ਤੋਂ ਆਪਣੇ ਐਪਲੀਕੈਂਟਸ ਆ ਨਹੀਂ ਸਕਦੇ ਤੇ ਸਾਡੇ ਬੱਚੇ ਉੱਥੇ ਜਾ ਕੇ ਹੋਰ ਜ਼ਿਆਦਾ ਅੱਛੀਆਂ ਜਗ੍ਹਾਵਾਂ ਪਲੇਸਿਸ ਲੈ ਸਕਦੇ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੇ ਈਜ਼ ਕਰ ਦਿੱਤਾ ਹੈ, ਇੱਕ ਉਹਨਾਂ ਨੇ ਰਿਲੈਕਸੇਸ਼ਨ ਦੇ ਦਿੱਤੀ ਹੈ ਔਰ ਵੀਜ਼ਾ ਸੀ ਬਹੁਤ ਜ਼ਿਆਦਾ ਦੇਣੇ ਆ। ਬਟ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜੇ ਉਹਨਾਂ ਨੇ ਰਿਲੈਕਸੇਸ਼ਨ ਦਿੱਤੀ ਹੈ, ਕੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਹਰ ਇੱਕ ਬੱਚੇ ਦਾ ਵੀਜ਼ਾ ਲੱਗੇਗਾ? ਇਹ ਧਿਆਨ ਦੇਣਾ ਪਏਗਾ ਕਿ ਤੁਸੀਂ ਕਿਹੜੇ ਕੰਸਲਟੈਂਟ ਦੀ ਚੋਣ ਕਰਕੇ ਚੱਲਦੇ ਹੋ। ਕਿਉਂਕਿ 100% ਗਾਰੰਟੀ ਤਾਂ ਕਿਤੇ ਵੀ ਨਹੀਂ ਹੁੰਦੀ, ਬਟ ਹਾਂ 100% ਬਣਾਉਣ ਲਈ ਕਿ ਤੁਸੀਂ ਉਹ ਚੀਜ਼ਾਂ ਤੋਂ ਤੁਸੀਂ ਪਹੁੰਚ ਕਰਦੇ ਹੋ ਕਿ ਅੱਛੇ ਕੰਸਲਟੈਂਟ ਦੀ ਚੋਣ ਕਰਦੇ ਹੋ। ਇਹ ਸਾਰੀ ਚੀਜ਼ਾਂ ਦੀ ਅਸੀਂ ਡਿਸਕਸ਼ਨ ਕਰਾਂਗੇ। ਜੀ ਕਾਲ ਲੈਣੇ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਤੋਂ ਗੱਲ ਕਰ ਰਹੇ ਹਾਂ, ਕੁਐਸਚਨ ਪੁੱਛੋ। ਜੀ ਸਤਿ ਸ਼੍ਰੀ ਅਕਾਲ ਮੈਮ ਮੈਂ ਆਪਣੀ ਸਟੱਡੀ ਦੀ ਗੱਲ ਇਨਕੁਆਇਰੀ ਕਰਨੀ ਸੀ ਮੈਮ। ਠੀਕ ਹੈ, ਪੁੱਛੋ। ਮੈਮ ਮੈਂ +2 2015 ਦੇ ਵਿੱਚ ਕੀਤੀ ਹੈ, 70% ਨੰਬਰ ਨੇ ਮੇਰੇ ਮੈਮ। ਹਾਂਜੀ। ਆਰਟਸ ਸਟਰੀਮ ਨਾਲ ਕੀਤੀ ਸੀਗੀ ਮੈਮ, ਤੇ ਉਸ ਤੋਂ ਬਾਅਦ ਮੈਮ ਮੇਰਾ 2 ਸਾਲ ਦਾ ਗੈਪ ਸੀ ਮੈਮ। 2017 ਤੋਂ 19 ਤੱਕ ਮੈਂ ਕੰਪਿਊਟਰ ਦਾ ਕੋਰਸ ਕੀਤਾ। ਟਾਈਮ ਸਕੋਰ ਮੇਰੇ 6 ਈਚ ਨੇ ਮੈਮ। ਓਕੇ ਜੀ ਮੈਮ। ਈਚ ਕਿੰਨੇ ਨੇ? ਈਚ ਕਿੰਨੇ ਹੈ? ਹਰ ਇੱਕ ਮੋਡਿਊਲ 'ਚ ਕਿੰਨੇ ਨੇ? ਹਰ ਇੱਕ ਮੋਡਿਊਲ ਵਿੱਚ ਮੈਮ ਗੱਲ ਕਰਾਂ ਰੀਡਿੰਗ ਦੇ ਵਿੱਚ 6 ਨੇ ਮੈਮ। ਇੱਕ 'ਚੋਂ ਮੈਮ ਮੇਰੇ 6.5 ਨੇ, ਬਾਕੀ 3 ਮੋਡਿਊਲਾਂ 'ਚ 6 ਨੇ। ਅੱਛਾ ਜੀ। 6 'ਚੋਂ ਕਦੀ ਅਪਲਾਈ ਤੇ ਨਹੀਂ ਕੀਤਾ? ਪਹਿਲਾਂ ਕਦੀ ਅਪਲਾਈ ਕੀਤਾ ਹੈ ਤੁਸੀਂ ਕੈਨੇਡਾ ਦੇ ਲਈ? ਨਹੀਂ ਮੈਮ, ਪਹਿਲਾਂ ਕਦੀ ਨਹੀਂ ਅਪਲਾਈ ਕੀਤਾ ਮੈਂ। ਠੀਕ ਹੈ, ਫਰੈਸ਼ ਕੇਸ ਹੈ। ਬਹੁਤ ਵਧੀਆ ਇਹਨਾਂ ਦੀ ਜੇ ਦੇਖਿਆ ਜਾਵੇ ਤਾਂ ਪ੍ਰੋਫਾਈਲ ਹੈਗੀ ਹੈ ਕਿ ਇਹਨਾਂ ਦੇ ਪਰਸੈਂਟੇਜ ਵੀ ਅੱਛੀ ਹੈਗੀ ਹੈ। 6 'ਚ ਇਹਨਾਂ ਦੇ ਬੈਂਡ ਹੈਗੇ ਆ, ਬਟ 2 ਇਅਰਸ ਦਾ ਜਿਹੜਾ ਗੈਪ ਹੈ। ਕਿਉਂਕਿ ਜੇ ਆਪਾਂ ਪਬਲਿਕ ਕਾਲਜਿਸ ਦੀ ਗੱਲ ਕਰੀਏ ਤਾਂ ਪਬਲਿਕ ਕਾਲਜ ਦੀ ਜਿਹੜੀ ਅਸੈਸਮੈਂਟ ਲੈਵਲ ਹੈ ਤਾਂ 1 ਈਅਰ ਦਾ ਜਿਹੜਾ ਗੈਪ ਐਕਸੈਪਟ ਕਰਦੇ ਹੈਗੇ।
ਫਿਰ ਵੀ ਆਪਾਂ ਇਹਨਾਂ ਦੀ ਅਸੈਸਮੈਂਟ ਜਿਹੜੀ ਹੈ ICCRC ਮੈਂਬਰ ਤੋਂ ਲੈ ਸਕਦੇ ਹਾਂ ਕਿ ਪਬਲਿਕ ਕਾਲਜ ਲਈ ਇਹ ਐਲੀਜੀਬਲ ਹੈਗੇ ਕਿ ਨਹੀਂ ਹੈਗੇ। ਅਦਰਵਾਈਜ਼ ਜਿਹੜੇ ਜਨਰਲ ਕੈਟਾਗਰੀ ਦੇ ਅੰਡਰ ਜਿਹੜੇ ਕਾਲਜਸ ਆਉਂਦੇ ਆ, ਜਿਹੜੇ ਸੈਮੀ ਗਵਰਨਮੈਂਟ ਕਾਲਜਸ ਹੈਗੇ, ਤਾਂ ਉਹਦੇ 'ਚ ਅਪਲਾਈ ਕਰਕੇ ਇਹ ਵੀਜ਼ਾ ਲੈ ਸਕਦੇ ਆ। ਠੀਕ ਹੈ। ਕਿਉਂਕਿ ਦੇਖੋ ਵੀਜ਼ੇ ਤੱਕ ਪਹੁੰਚਣ ਲਈ ਸਾਰੀ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਜੀ। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੰਸਲਟੈਂਟ ਤੁਹਾਡੀ ਫਾਈਲ ਨੂੰ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਰਿਹਾ। ਜੇ ਆਪਾਂ ਗੱਲ ਕਰੀਏ ਕਿ ਕੈਨੇਡਾ ਨੇ ਇੱਕ ਬਹੁਤ ਕੰਫਰਟ ਕਰਤਾ ਹੈਗਾ ਜਾਂ ਰਿਲੈਕਸੇਸ਼ਨ ਦਿੱਤੀ ਹੈਗੀ ਹੈ, ਮੈਂ ਉਹੀ ਗੱਲ ਕਰ ਰਿਹਾ ਸੀ, ਆਪਾਂ ਚਰਚਾ ਉਸੇ ਦੀ ਕਰਦੇ ਹਾਂ ਕਿ ਕੀ ਸਾਰੇ ਬੱਚਿਆਂ ਨੂੰ ਵੀਜ਼ਾ ਮਿਲ ਪਾਉਣਗੇ। ਵੀਜ਼ਾ ਉਹਨਾਂ ਨੂੰ ਮਿਲਨੇ ਆ ਜੇ ਅੱਛੇ ਕੰਸਲਟੈਂਟ ਦੀ ਚੋਣ ਕਰਕੇ ਚੱਲਦੇ ਆ। ਤੁਸੀਂ ਰਿਪਰੈਜ਼ੈਂਟੇਸ਼ਨ ਆਫ ਫਾਈਲ ਬਹੁਤ ਇੰਪੋਰਟੈਂਟ ਹੈ। ਰਿਪਰੈਜ਼ੈਂਟੇਸ਼ਨ ਆਫ ਫਾਈਲ ਹੋਣੀ ਬਹੁਤ ਕੰਸਲਟੈਂਟ ਹੀ ਸਮਝ ਕੇ ਕਰ ਸਕਦਾ। ਦੇਖੋ ਇੱਕ ਅੱਛਾ ਕੰਸਲਟੈਂਟ ਜਿਹੜਾ ਕੰਸਲਟੈਂਟ ਕੋਲ ਐਕਸਪੀਰੀਅੰਸ ਹੈਗਾ, ਜਿਹੜਾ ਕੰਸਲਟੈਂਟ ਅੱਛੇ ਵੇ ਨਾਲ ਪੁੱਟ ਅਪ ਕਰ ਰਿਹਾ। ਹੁਣ ਕੰਸਲਟੈਂਟ ਦੀ ਚੋਣ ਵੀ ਕਰਨੀ ਬੱਚਿਆਂ ਨੇ, ਬੱਚਿਆਂ ਨੇ ਦੇਖਣਾ ਹੈ ਕਿ ਉਹਦਾ ਕੀ ਬੈਕਗ੍ਰਾਉਂਡ ਹੈ, ਕਿੰਨੇ ਕੁ ਵੀਜ਼ਾਸ ਉਹਨਾਂ ਥਰੂ ਗ੍ਰਾਂਟ ਹੋਏ, ਕੀ ਸਰਵਿਸਿਜ਼ ਦੇ ਰਹੇ ਹੈਗੇ ਆ। ਹੁਣ ਨੈਕਸਟ ਜੇ ਆਪਾਂ ਗੱਲ ਕਰੀਏ ਤੇ ICCRC ਮੈਂਬਰ ਨਾਲ ਰਾਬਤਾ ਕਾਇਮ ਕਰਕੇ ਚੱਲਦਾ। ਇਸੇ ਕਰਕੇ ਚੱਲਦਾ ਕਿ ਬੱਚਿਆਂ ਦੀ ਫਾਈਲ ਦੀ ਅਸੈਸਮੈਂਟ ਇੰਡੀਆ ਤੋਂ ਤੁਸੀਂ ਜਿਹੜੀ ਲੈਣੀ ਹੈ, ਕਿਹੜਾ ਕੋਰਸ ਹੋਵੇ, ਕਿਹੜਾ ਕਾਲਜ ਹੋਵੇ, ਕਿਹੜਾ ਰੈਲੀਵੈਂਟ ਕੋਰਸ ਦਿੱਤਾ ਜਾਵੇ, ਉਸ ਤੋਂ ਬਾਅਦ ਵੀਜ਼ਾ ਲੱਗਣ ਤੋਂ ਬਾਅਦ ਉੱਥੇ ਵੀ ਜਾ ਕੇ ਉਹਨਾਂ ਦੀ ਹੈਲਪ ਕਰਨੀ ਹੈ। ਮਤਲਬ ਹਰ ਇੱਕ ਚੀਜ਼ ਦੀ ਜਿਹੜੀ ਹੈਗਾ ਅਕੋਮੋਡੇਸ਼ਨ ਤੋਂ ਲੈ ਕੇ ਪ੍ਰੀ ਟੂ ਪੋਸਟ ਲੈਂਡਿੰਗ ਸਰਵਿਸਿਜ਼ ਲੈ ਕੇ ਹਰ ਇੱਕ ਚੀਜ਼ ਨੈਕਸਟ ਲਈ ਖੜਦਾ ਹੈਗਾ। ਜੀ ਜੀ। ਨੈਕਸਟ ਕਾਲ ਲੈਣੀ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਟਾਰ ਮੀਡੀਆ ਟੈਲੀਵਿਜ਼ਨ। ਹਾਂਜੀ ਦੇਸ਼ ਪ੍ਰਦੇਸ਼ ਤੋਂ ਗੱਲ ਕਰ ਰਹੇ ਹਾਂ, ਕੁਐਸਚਨ ਪੁੱਛੋ। ਮੈਮ ਐਕਚੁਅਲੀ ਆਈ ਜਸਟ ਵਾਂਟਡ ਟੂ ਕਨਫਰਮ, ਮੈਂ ਜੌਬ ਦੇਖੀ ਸੀ ਡਿਜੀਟਲ ਮਾਰਕੀਟਿੰਗ ਐਗਜ਼ੈਕਟਿਵ ਦੇ ਲਈ। ਠੀਕ ਹੈ। ਤੇ ਉਹਦੇ ਲਈ ਮੈਂ ਕਨਫਰਮ ਕਰਨਾ ਸੀਗਾ। ਹਾਂਜੀ ਪੁੱਛੋ। ਪ੍ਰੋਫਾਈਲ ਦੱਸੋ ਆਪਣੀ। ਕੈਨੇਡਾ ਦੇ ਲਈ ਅਪਲਾਈ ਕਰਨਾ ਤੁਸੀਂ? ਨਹੀਂ ਮੈਮ, ਮੈਂ ਜੌਬ ਵਾਸਤੇ ਪੁੱਛ ਰਹੀ ਹਾਂ। ਜੌਬ ਲਈ ਪੁੱਛ ਰਹੇ ਹੋ? ਆਈ ਗੈਸ ਇਹ ਕਾਲ ਗਲਤ ਵੇ ਨਾਲ ਨੈਟਵਰਕ ਥੋੜਾ ਪ੍ਰੋਬਲਮ ਹੈਗੀ ਹੈ, ਇੱਧਰ ਨੂੰ ਆ ਗਈ ਹੈ, ਰੋਂਗ ਨੰਬਰ। ਚਲੋ ਕੋਈ ਗੱਲ ਨਹੀਂ ਸਰ, ਮੈਨੂੰ ਇਹ ਦੱਸੋ ਤੁਸੀਂ SGS ਨॉन SGS ਕੈਟਾਗਰੀ ਦੀ ਗੱਲਬਾਤ ਕਰ ਲੈਂਦੇ ਆ। ਤੁਸੀਂ ਦੱਸ ਰਹੇ ਸੀਗੇ ਇੱਕ ਤਾਂ ਪ੍ਰੈਜੈਂਟੇਸ਼ਨ ਆਫ ਫਾਈਲ ਬਹੁਤ ਇੰਪੋਰਟੈਂਟ ਹੈਗੀ ਹੈ, ਇੱਕ ਕੰਸਲਟੈਂਟ ਦੀ ਸਹੀ ਕੰਸਲਟੈਂਟ ਦੀ ਚੋਣ ਕਰਨੀ, ਕਿਉਂਕਿ ਏਜੰਟ ਤੇ ਕੰਸਲਟੈਂਟ ਵਰਡ ਦੇ ਵਿੱਚ ਇਹੀ ਬੇਸਿਕ ਜੋ ਫਰਕ ਹੈ ਉਹੀ ਹੈ ਕਿ ਇੱਕ ਏਜੰਟ ਜੋ ਹੈ ਉਹ ਇੰਨੀ ਗਾਈਡੈਂਸ ਪ੍ਰੋਪਰ ਨਹੀਂ ਕਰ ਸਕਦਾ ਜਿੰਨੇ ਕੰਸਲਟੈਂਟ ਕੰਸਲਟ ਕਰਕੇ ਕੰਸਲਟੈਂਸੀ ਕਰਕੇ, ਤਾਂ ਹੀ ਉਹਦਾ ਨਾਮ ਹੀ ਕੰਸਲਟੈਂਟ ਹੈ। ਬੇਸਿਕਲੀ ਤੁਸੀਂ ਕਿੱਦਾਂ ਹੈਲਪ ਕਰਦੇ ਹੋ ਸਟੂਡੈਂਟਸ? ਮੈਡਮ ਇਹ ਚੀਜ਼ ਇੱਕ ਬੜੀ ਕਨਫਿਊਜ਼ਨ ਪੈਦਾ ਕਰਦੀ ਹੈ ਕਿ ਹਰ ਇੱਕ ਇੰਡੀਅਨ, ਦੇਖੋ ਅੱਜ ਇੱਕ ਹਰ ਪੰਜਾਬੀ ਚਾਹੇ ਉਹ ਵਿਲੇਜ ਤੋਂ ਬਿਲੋਂਗ ਕਰਦਾ, ਕਿਤੋਂ ਕਰਦਾ, ਐਜੂਕੇਟਿਡ ਹੈ। ਹਰ ਬੱਚਾ ਇੱਕ ਪੜ੍ਹਿਆ ਲਿਖਿਆ ਹੈਗਾ ਔਰ ਅਵੇਅਰਨੈਸ ਬਹੁਤ ਹੈਗੀ, ਪਰ ਅੱਜ ਵੀ ਇੱਕ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਇੱਕ ਕੰਸਲਟੈਂਟ ਨੂੰ ਏਜੰਟ ਕਰਕੇ ਹੀ ਬੁਲਾਇਆ ਜਾਂਦਾ ਹੈ। ਅਦਰਵਾਈਜ਼ ਜਿਹੜਾ ਡਿਫਰੈਂਸ ਹੈ ਨਾ ਏਜੰਟ ਔਰ ਕੰਸਲਟੈਂਟ ਦਾ, ਉਹ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈਗਾ। ਕੰਸਲਟੈਂਟ ਉਹ ਹੁੰਦੇ ਆ ਜਿਹੜੇ ਬੱਚੇ ਨੂੰ ਇੱਕ ਪ੍ਰੋਪਰ ਕੰਸਲਟ ਕਰਦੇ ਆ, ਬੱਚੇ ਨੂੰ ਅਸੈਸ ਕਰਦੇ ਆ, ਉਹਦੀ ਫਾਈਲ ਅਸੈਸ ਕਰਦੇ ਆ ਜਾਂ ਉਹਦੀ ਸਰਵਿਸਿਜ਼ ਜਿਹੜੀਆਂ ICCRC ਮੈਂਬਰ ਤੋਂ ਲੈਂਦੇ ਹੈਗੇ ਆ, ਉਹਨੂੰ ਬਕਾਇਦਾ ਦੱਸਦੇ ਆ ਕਿ ਤੁਸੀਂ ਆਹ ਕਾਲਜ ਆਹ ਕੋਰਸ ਲਈ ਜਾਂ ਤੁਸੀਂ ਇਸ ਤਰੀਕੇ ਨਾਲ ਰਾਏ ਦਿੰਦੇ ਹੋ। ਹੁਣ ਹਰ ਇੱਕ ਬੰਦਾ, ਮੈਂ ਇੱਕ ਇਹ ਚੀਜ਼ ਸ਼ਰਮ ਇਸ ਚੀਜ਼ ਲਈ ਮਹਿਸੂਸ ਕਰਦਾ ਕਿ ਬੱਚੇ ਜਾਂ ਕਈ ਜਿਹੜੇ ਲੋਕ ਨੇ ਅੱਜ ਵੀ ਕੰਸਲਟੈਂਟਸ ਨੂੰ ਏਜੰਟ ਕਰਕੇ ਬੁਲਾਉਂਦੇ ਆ। ਤਾਂ ਏਜੰਟ ਔਰ ਕੰਸਲਟੈਂਟ ਦਾ ਬਹੁਤ ਇੱਕ ਡਿਫਰੈਂਸ ਹੈਗਾ। ਏਜੰਟ ਕੰਸਲਟੈਂਟ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਕੋਈ ਜ਼ਮੀਨ ਅਸਮਾਨ ਦਾ ਇੱਕ ਫਰਕ ਪੈਦਾ ਹੁੰਦਾ ਹੈਗਾ। ਤਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਕੰਸਲਟੈਂਟ ਦੀ ਚੋਣ ਕਰ ਰਹੇ ਆ, ਕੰਸਲਟੈਂਟ ਦੇ ਕਿੰਨੇ ਕੁ ਵੀਜ਼ਾਸ ਲੱਗੇ ਆ, ਕੀ ਉਹਨਾਂ ਦਾ ਬੈਕਗ੍ਰਾਉਂਡ ਰਿਹਾ ਹੈਗਾ, ਹਾਂ ਬਿਲਕੁਲ ਕਰਨੀ ਚਾਹੀਦੀ। ਔਰ ਇਹ ਵੀ ਦੇਖਣਾ ਚਾਹੀਦਾ ਕਿ ਬੱਚੇ ਜੇ ਉਹਨਾਂ ਨੂੰ ਕੋਰਸ ਲੈ ਕੇ ਕੋਈ ਕੰਸਲਟੈਂਟ ਚੂਜ਼ ਕਰਕੇ ਦੇ ਰਿਹਾ ਕੀ ਉਹ ਰੈਲੀਵੈਂਟ ਹੈ। ਅਗਰ ਰੈਲੀਵੈਂਟ ਨਹੀਂ ਹੈ ਤਾਂ ਤੁਸੀਂ ਤੁਹਾਨੂੰ ਉਹਦੇ ਕਾਜ਼ ਦੱਸਣੇ ਪੈਂਦੇ ਆ, ਤੁਹਾਨੂੰ ਉਹਦਾ ਰੀਜ਼ਨ ਦੱਸਣਾ ਪੈਂਦਾ ਕਿ ਤੁਸੀਂ ਕਿਉਂ ਕੋਰਸ ਚੇਂਜ ਕਰ ਰਹੇ ਹੋ। ਵੀਜ਼ਾ ਲੈਣਾ ਇੱਕ ਐਮਬੈਸੀ ਆਫਿਸਰ ਤੋਂ ਇੱਕ ਔਖੀ ਚੀਜ਼ ਨਹੀਂ ਸਮਝੀ ਜਾਂਦੀ, ਬਟ ਜੇ ਤੁਸੀਂ ਕਨਵਿੰਸ ਹੀ ਨਹੀਂ ਕਰ ਪਾਉਂਦੇ ਐਮਬੈਸੀ ਆਫਿਸਰ ਨੂੰ ਤਾਂ ਵੀਜ਼ਾ ਕਿੱਦਾਂ ਐਕਸਪੈਕਟ ਕਰ ਸਕਦੇ ਹੋ। ਕੋਰਸ ਹੀ ਸਹੀ ਨਹੀਂ ਸਿਲੈਕਟ ਕੀਤਾ, ਪ੍ਰੈਜੈਂਟੇਸ਼ਨ ਫਾਈਲ ਦੀ ਅੱਛੀ ਨਹੀਂ, ਡਾਕੂਮੈਂਟਸ ਮਿਸਿੰਗ ਹੈ, ਇਹ ਚੀਜ਼ਾਂ ਹੈਗੀਆਂ। ਤੁਸੀਂ ਕਹਿ ਰਹੇ ਹੋ ਕਨਵਿੰਸ ਕਿਵੇਂ ਕਰੋਗੇ? ਬਿਲਕੁਲ, ਜਦ ਤੱਕ ਆਪਾਂ ਐਮਬੈਸੀ ਆਫਿਸਰ ਨੂੰ ਕਨਵਿੰਸ ਨਹੀਂ ਕਰਦੇ, ਹਾਊ ਵੀ ਕੈਨ ਐਕਸਪੈਕਟ ਦਾ ਵੀਜ਼ਾ। ਰਾਈਟ, ਵੀਜ਼ਾ ਇੱਕ ਆਪਾਂ ਗੱਲ ਕਰੀਏ ਕਿ ਐਮਬੈਸੀ ਆਫਿਸਰ ਨਹੀਂ ਦੇਣਾ, ਕੋਈ ਕੰਸਲਟੈਂਟ ਜਾਂ ਕੋਈ ਪੰਜਾਬੀ ਚ ਆਪਾਂ ਕਹਿ ਦਈਏ ਏਜੰਟ ਕੋਈ ਨਹੀਂ ਦਿੰਦਾ ਹੈਗਾ। ਤਾਂ ਇਹ ਚੀਜ਼ ਦੇਖਣੀ ਪੈਂਦੀ ਹੈ ਕਿ ਠੀਕ ਹੈ ਉਹਨਾਂ ਨੇ ਕੈਨੇਡਾ ਨੇ ਇਸ ਟਾਈਮ ਬਹੁਤ ਈਜ਼ੀ ਰਿਲੈਕਸੇਸ਼ਨ ਕਰਤਾ ਹੈ ਜਾਂ ਈਜ਼ ਕਰਤਾ ਹੈਗਾ, ਬਟ ਕੀ ਤੁਸੀਂ ਆਪਣੀ ਫਾਈਲ ਇੱਕ ਅੱਛੇ ਕੰਸਲਟੈਂਟ ਦੇ ਹੱਥ 'ਚ ਫੜਾ ਰਹੇ ਹੋ?
ਕਿ ਤੁਹਾਨੂੰ ਉਹ ਵੀਜ਼ੇ ਤੱਕ ਪਹੁੰਚਾਏਗਾ। ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਤਾਂ ਹੀ ਵੀਜ਼ਾ ਜਿਹੜਾ ਹੈਗਾ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਲਈ ਜਿਹੜਾ ਨੈਕਸਟ ਇਮੀਗ੍ਰੇਸ਼ਨ ਹੈ, ਆਪਾਂ ਹਮੇਸ਼ਾ ਹੀ ਇਸ ਮੰਚ ਤੇ ਗੱਲ ਕਰਦੇ ਹਾਂ ਕਿ ਵੀਕ ਤੋਂ ਵੀਕ ਪ੍ਰੋਫਾਈਲਸ ਦੇ ਵੀਜ਼ਾ ਉਹਨਾਂ ਨੇ ਲਏ ਹੈਗੇ ਆ, ਚੈਲੰਜਿੰਗ ਫਾਈਲਸ ਦੇ ਉਹਨਾਂ ਨੇ ਵੀਜ਼ਾ ਲਏ ਹੈਗੇ ਆ, ਬੱਚਿਆਂ ਦੇ ਜਿਹੜੇ ਰੈਲੀਵੈਂਟ ਕੋਰਸ ਉਹਨਾਂ ਨੂੰ ਲੈ ਕੇ ਦਿੱਤੇ ਕਿਉਂਕਿ ਰੈਲੀਵੈਂਸੀ ਆਫ ਕੋਰਸ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਨਾਲੇ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਕੰਸਲਟੈਂਟ ਦੀ ਚੋਣ ਦੇ ਨਾਲ ਨਾਲ ਬੱਚੇ ਨੂੰ ਖੁਦ ਡਿਸਾਈਡ ਕਰਨਾ ਚਾਹੀਦਾ ਵੀ ਕਿਹੜਾ ਕੋਰਸ ਮੇਰੀ ਸਟੱਡੀ ਦੇ ਨਾਲ, ਪ੍ਰੀਵੀਅਸ ਸਟੱਡੀ ਦੇ ਨਾਲ ਰੈਲੀਵੈਂਟ ਹੈ। ਐਸਡੀਐਸ ਨॉन ਐਸਡੀਐਸ ਕੈਟਾਗਰੀ ਦੀ ਗੱਲਬਾਤ ਕਰਨਾ ਚਾਹਾਂਗੀ, ਸਪੈਸ਼ਲੀ ਪਬਲਿਕ ਕਾਲਜਸ ਦੀ ਗੱਲ ਕਰਦੀ ਹਾਂ ਕਿਉਂਕਿ ਕੁਐਸਚਨਸ ਇਹ ਆਉਂਦੇ ਨੇ ਕਿ ਬੱਚੇ ਇਸ ਸਿਚੁਏਸ਼ਨ ਦੇ ਵਿੱਚ ਹਰ ਕੋਈ ਕਹਿ ਰਿਹਾ ਓਪਰਚੁਨਿਟੀ ਵੱਧ ਗਈ ਹੈ। ਤੁਸੀਂ ਪਲੀਜ਼ ਕਲੀਅਰ ਕਰੋ, ਇਸ ਗੱਲ ਤੇ ਚਾਨਣਾ ਪਾਓ ਕਿੱਦਾਂ ਬੱਚੇ ਤੇ ਕਿਹੜੀ ਪ੍ਰੋਫਾਈਲਸ ਹੈਗੀਆਂ ਗੁੱਡ ਹੈਗੀਆਂ ਫॉर ਪਬਲਿਕ ਕਾਲਜਸ। ਹੁਣ ਇੱਥੇ ਵੀ ਆਪਾਂ ਜੇ ਗੱਲ ਕਰੀਏ ਕਿ ਬੱਚਿਆਂ ਦੀ ਇੱਕ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ਨ ਹੈ ਜਿਹੜੀ ਕਿ ਮੈਂ ਹਮੇਸ਼ਾ ਇਸ ਮੰਚ ਤੇ ਹਮੇਸ਼ਾ ਹੀ ਗਾਈਡ ਕੀਤਾ, ਪ੍ਰੋਪਰ ਗਾਈਡਨੈਸ ਬੱਚਿਆਂ ਨੂੰ ਦਿੱਤੀ ਹੈ। ਜਿਹੜੇ ਬੱਚੇ ਸਪੋਜ਼ ਕਰੋ ਆਪਾਂ ਜੇ ਗੱਲ ਕਰੀਏ ਐਸਡੀਐਸ ਕੈਟਾਗਰੀ ਦੀ ਪਬਲਿਕ ਕਾਲਜਸ ਦਾ, ਬੱਚੇ 6 ਈਚ ਬੈਂਡ ਹੋਣੇ ਬਹੁਤ ਜ਼ਰੂਰੀ ਨੇ ਔਰ ਬੱਚਿਆਂ ਦਾ ਜਿਹੜਾ ਗੈਪ 1 ਸਾਲ ਤੋਂ ਵੱਧ ਦਾ ਨਹੀਂ ਹੋਣਾ ਚਾਹੀਦਾ। ਬੱਚਿਆਂ ਦੀ ਜਿਹੜੀ ਪਰਸੈਂਟ ਹੈ 60% ਤੋਂ ਉੱਪਰ ਹੋਣੀ ਚਾਹੀਦੀ ਹੈ। ਬਟ ਕੁਝ ਕਾਲਜਸ 1.5 ਐਕਸੈਪਟ ਪਹਿਲਾਂ ਕਰ ਰਹੇ ਸੀ, ਬਟ COVID-19 ਕਰਕੇ ਜਿਹੜੀ ਨਿਊਜ਼ ਹੁਣ ਮਿਲ ਰਹੀਆਂ ਨੇ ਕਿ ਕੁਝ ਕਾਲਜਸ ਨੇ 2.5 ਨਾਲ ਐਕਸੈਪਟ ਕਰਨਾ ਸਟਾਰਟ ਕਰਤਾ। ਅੱਛਾ ਜੀ। ਬਟ ਫਿਰ ਉਹੀ ਗੱਲ ਆ ਜਾਂਦੀ, ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਮੇਰੇ 6 ਓਵਰਆਲ 1.5 ਹੈ ਔਰ ਉਹਨਾਂ ਦਾ ਗੈਪ ਜਿਹੜਾ 3 ਸਾਲ ਦਾ ਹੈਗਾ, ਪਰਸੈਂਟੇਜ ਉਹਨਾਂ ਦੀ 55 ਹੈ ਤਾਂ ਅਸੀਂ ਕਾਲਜ ਸਰਕਾਰੀ ਲੈ ਸਕਦੇ ਹਾਂ, ਪਬਲਿਕ ਲੈ ਸਕਦੇ ਹਾਂ। ਇਹ ਪੋਸੀਬਿਲਿਟੀਜ਼ ਨਹੀਂ ਹੈ। ਪਬਲਿਕ ਕਾਲਜਸ ਦਾ ਕ੍ਰਾਈਟੇਰੀਆ ਬਹੁਤ ਡਿਫਰੈਂਟ ਹੈ। ਤਾਂ ਪਬਲਿਕ ਕਾਲਜਸ ਇੱਕ ਉਹਨਾਂ ਨੇ ਇੱਕ ਬੈਂਚਮਾਰਕ ਲਾਇਆ ਹੋਇਆ ਕਿ ਤੁਸੀਂ ਜੇ ਆਹ ਕ੍ਰਾਈਟੇਰੀਆ ਦੇ ਅੰਡਰ ਫਾਲ ਕਰਦੇ ਹੋ ਤਾਂ ਹੀ ਤੁਹਾਨੂੰ ਉੱਥੇ ਐਡਮਿਸ਼ਨਸ ਮਿਲਣੀ ਹੈ। ਅਦਰਵਾਈਜ਼ ਜਰਨਲ ਕੈਟਾਗਰੀਜ਼ ਆਲ ਆਰ ਵੈਲਕਮ। ਤੁਸੀਂ ਇੱਕ ਤਾਂ 6 ਬੈਂਡਸ ਕਹਿ ਰਹੇ ਹੋ, ਈਚ ਹੋਣੇ ਚਾਹੀਦੇ ਓਵਰਆਲ ਹੋਣੇ ਚਾਹੀਦੇ। 1.5 ਦੇਖੋ ਇੱਕ ਕ੍ਰਾਈਟੇਰੀਆ ਇੱਕ ਪਬਲਿਕ ਕਾਲਜ ਦਾ ਪਹਿਲਾਂ ਸੀ ਕਿ 6 ਈਚ ਜਾਂ 1.5 ਕਰ ਲੈਂਦਾ ਸੀ, 1.5 ਨਾ ਬਹੁਤ ਇੱਕ ਰੇਅਰ ਕਾਲਜਸ ਜਿਹੜੇ ਐਕਸੈਪਟ ਕਰਦੇ ਸੀ। ਬਟ ਹੁਣ ਜਿਹੜੇ ਹੈਗੇ ਨੇ 2.5 ਦੇ ਨਾਲ ਐਕਸੈਪਟ ਕਰਦੇ ਨੇ, ਬਟ ਕੱਲਾ IELTS ਨਹੀਂ ਦੇਖਿਆ ਜਾਂਦਾ ਪਬਲਿਕ ਕਾਲਜਸ ਲਈ। ਪਬਲਿਕ ਕਾਲਜ ਦੇ ਤੁਹਾਡੇ ਪਰਸੈਂਟੇਜ ਦੇਖੀ ਜਾਂਦੀ ਹੈ, ਤੁਹਾਡਾ ਗੈਪ ਘੱਟ ਤੋਂ ਘੱਟ ਹੈਗਾ ਉਹ ਦੇਖਿਆ ਜਾਂਦਾ, ਪ੍ਰੋਫਾਈਲ ਸਾਰੀ ਦੇਖੀ ਜਾਂਦੀ ਤਾਂ ਤੁਹਾਨੂੰ ਐਡਮਿਸ਼ਨ ਮਿਲਦੀ ਹੈ। ਹੁਣ ਕਨਫਿਊਜ਼ਨ ਬੱਚਿਆਂ ਨੂੰ ਇਹ ਵੀ ਆਉਂਦੀ ਹੈ ਕਿ ਸਾਡੇ ਗੈਪ ਜਿਹੜਾ 2-3 ਸਾਲ ਦਾ ਹੈਗਾ ਤੇ ਜਿਹੜੀ 6 ਈਚ ਬੈਂਡ ਹੈਗੇ ਆ ਔਰ ਸਾਡੀ ਪਰਸੈਂਟੇਜ 60% ਹੈ, ਉਹਨਾਂ ਨੂੰ ਪਬਲਿਕ ਕਾਲਜਸ ਨਹੀਂ ਐਕਸੈਪਟ ਕਰਦਾ। ਹੁਣ ਜੇ ਇਹਦੇ ਆਪਾਂ ਸਿਮਿਲਰਲੀ ਗੱਲ ਕਰੀਏ ਕਿ ਬੱਚੇ ਦੇ ਜੇ ਗੈਪ ਵੀ 2 ਸਾਲ ਦਾ ਹੈ, ਪਰਸੈਂਟੇਜ 55% ਹੈ ਜਾਂ 50% ਹੈ, 6 ਈਚ ਬੈਂਡ ਹੈ ਜਾਂ 1 ਸਾਲ ਦਾ ਗੈਪ ਹੈ, ਦੇ ਸੀਕ ਫॉर द ਪਬਲਿਕ ਕਾਲਜਸ। ਪਰ ਪਬਲਿਕ ਕਾਲਜ ਉਹਨਾਂ ਨੂੰ ਤਾਂ ਵੀ ਮਿਲਦਾ ਕਿਉਂਕਿ ਉਹਨਾਂ ਦਾ ਇੱਕ ਕ੍ਰਾਈਟੇਰੀਆ ਹੈ, ਇੱਕ ਬੈਂਚਮਾਰਕ ਹੈ ਕਿ ਤੁਸੀਂ ਆਹ ਚੀਜ਼ਾਂ 'ਚ ਫਾਲ ਕਰੋਗੇ ਦੈਨ ਯੂ ਵਿਲ ਗੋਇੰ ਟੂ ਗੈਟ ਦ ਐਡਮਿਸ਼ਨ। ਤਾਂ ਹੀ ਡਿਫਰੈਂਸ ਹੈ ਪਰ ਪ੍ਰਾਈਵੇਟ ਐਂਡ ਪਬਲਿਕ ਦੇ ਉਹ ਕੁਝ ਐਕਸਟਰਾ ਚੀਜ਼ਾਂ ਮੰਗਦੇ ਨੇ, ਅੱਛੀ ਪ੍ਰੋਫਾਈਲਸ ਮੰਗਦੇ ਨੇ। ਬਿਲਕੁਲ। ਹੁਣ ਗੱਲ ਇਹ ਹੈ ਕਿ ਜੇ ਆਪਾਂ ਜਨਰਲ ਕੈਟਾਗਰੀ 'ਚ ਗੱਲ ਕਰੀਏ, ਸੈਮੀ ਗਵਰਨਮੈਂਟ ਕਾਲਜਸ ਦੀ ਗੱਲ ਕਰੀਏ, ਜਿਹੜੇ ਬੱਚਿਆਂ ਦੇ 6 ਈਚ ਬੈਂਡ ਨਹੀਂ ਹੈਗੇ ਜਾਂ ਬੱਚਿਆਂ ਦੇ ਗੈਪ ਵੱਧ ਚੁੱਕਿਆ ਹੈਗਾ, ਉਹਨਾਂ ਕੋਲ ਕੋਈ ਐਕਸਪੀਰੀਅੰਸ ਹੈਗਾ ਜਾਂ ਉਹਨਾਂ ਨੇ ਕੋਈ ਵੀ ਕੰਪਿਊਟਰ ਡਿਪਲੋਮਾ ਜਾਂ ਕੋਈ ਵੀ ਫੀਲਡ ਦੇ ਵਿੱਚ ਉਹਨਾਂ ਦਾ ਐਕਸਪੀਰੀਅੰਸ ਹੈਗਾ ਔਰ ਉਹਨਾਂ ਦਾ ਜਿਹੜੀ ਪਰਸੈਂਟੇਜ ਹੈ 55-60% ਹੈਗੀ ਹੈ, ਉਹ ਵੀ ਆਪਣਾ ਅਪਲਾਈ ਕਰ ਸਕਦੇ ਆ, ਵੀਜ਼ਾ ਲੈ ਸਕਦੇ। ਠੀਕ ਹੈ। ਫਿਰ ਗੱਲ ਉਹੀ ਆ ਜਾਂਦੀ ਹੈ ਮੈਡਮ ਕਿ ਤੁਸੀਂ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਹੋ ਔਰ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਐਮਬੈਸੀ ਆਫਿਸਰ ਨੂੰ ਕਨਵਿੰਸ ਕਰਦੇ ਹੋ। ਜੀ ਇੱਕ ਕੁਐਸਚਨ ਇਹ ਵੀ ਆਉਂਦਾ ਹੈ ਕਿ ਜਿਨ੍ਹਾਂ ਨੇ 12th ਦੇ +2 ਦੇ ਐਗਜ਼ਾਮਸ ਨਹੀਂ ਦਿੱਤੇ ਹੋਏ ਪਰ IELTS ਕੀਤਾ ਹੋਇਆ, ਉਹਨਾਂ ਲਈ ਚਾਂਸਸ ਕੀ ਨੇ ਕਿ ਉਹ ਕੰਡੀਸ਼ਨਲ ਆਫਰ ਲੈਟਰ ਮੰਗਵਾ ਕੇ ਆਪਣੇ ਚਾਂਸਸ ਨੂੰ ਹੋਰ ਇਨਕਰੀਜ਼ ਕਰ ਸਕਦੇ ਨੇ ਕੈਨੇਡਾ ਦੇ ਲਈ? ਦੇਖੋ ਜਿਨ੍ਹਾਂ ਨੇ +2 ਦੇ ਐਗਜ਼ਾਮ ਨਹੀਂ ਦਿੱਤੇ ਹੈਗੇ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ, ਬਟ ਪਬਲਿਕ ਕਾਲਜਸ ਅਜੇ ਇਦਾਂ ਦੀ ਕੋਈ ਕੰਡੀਸ਼ਨਲ ਨਹੀਂ ਦੇ ਰਹੇ। ਕੁਝ ਕਾਲਜਸ ਜਿਹੜੇ ਹੈਗੇ ਨੇ, ਕੁਝ ਕਾਲਜਸ ਤੋਂ ਆਪਸ਼ਨਸ ਮਿਲ ਰਹੀਆਂ ਹੈਗੀਆਂ ਤੇ ਇਸ ਕਰਕੇ ਕੋਈ ਦਿੱਕਤ ਨਹੀਂ ਹੈ। ਇਸ ਕਰਕੇ ਬੱਚੇ ਨੇ ਕੋਈ ਵੀ ਅਸੈਸਮੈਂਟ ਲੈਣੀ ਹੈ ਤਾਂ ਆਪਣੇ ਪ੍ਰੋਪਰ ਡਾਕੂਮੈਂਟਸ ਭੇਜੇ ਤੇ ਉਹਦੇ ਤੇ ਅਸੈਸਮੈਂਟ ਦਿੱਤੀ ਜਾਏਗੀ। ਠੀਕ ਹੈ। ਨੈਕਸਟ ਕਾਲ ਲੈਣੀ ਹੈ ਸਰ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ ਮੈਂ ਖੰਡੇ ਤੋਂ ਗੱਲ ਕਰ ਰਿਹਾ ਸੀਗਾ। ਹਾਂਜੀ ਹਾਂਜੀ ਮੈਮ ਐਕਚੁਅਲੀ ਮੇਰੇ ਨਾ ਫਰੈਂਡ ਦਾ ਵੀਜ਼ਾ ਗ੍ਰਾਂਟ ਹੋਇਆ ਸੀਗਾ ਆਪਣੇ ਐਸਟੀਮੇਸ਼ਨ ਬਾਰੇ ਕਰਿਆ ਨਾ। ਹਾਂਜੀ ਸਾਡੇ ਕੋਲ ਮਿਸਟਰ ਦੀਪ ਸੰਧੂ ਬੈਠੇ ਨੇ, ਅਸੀਂ ਦੇਸ਼ ਪ੍ਰਦੇਸ਼ ਤੋਂ ਗੱਲ ਕਰ ਰਹੇ ਹਾਂ, ਤੁਸੀਂ ਕੁਐਸਚਨ ਪੁੱਛੋ। ਹਾਂਜੀ ਮੈਮ ਮੈਂ ਹੁਣ ਆਪਣਾ ਅਪਲਾਈ ਕਰਨਾ ਚਾਹੁੰਦਾ ਸੀਗਾ, ਮੇਰੀ ਨਾ 2019 ਦੇ ਵਿੱਚ ਮਾਸਟਰ ਡਿਗਰੀ ਹੈ। ਠੀਕ ਹੈ। ਓਵਰਆਲ 6.5 ਨੇ, ਨਾਟ ਲਾਈਕ 5.5 ਇੱਕ ਮੋਡਿਊਲ ਚ ਨੇ। ਠੀਕ ਹੈ। ਐਂਡ 60% ਮਾਰਕ ਨੇ ਮੈਮ। ਰਾਈਟ। ਹਾਂਜੀ ਕਿਉਂਕਿ ਮੇਰੇ ਸੇਮ ਫਰੈਂਡ ਸੀਗਾ ਲਾਸਟ ਈਅਰ ਉਹਨੇ ਕਰਿਆ ਸੀਗਾ ਤਾਂ ਉਹਨਾਂ ਦਾ ਵੀਜ਼ਾ ਇੱਥੋਂ ਗ੍ਰਾਂਟ ਹੋਇਆ ਸੀਗਾ। ਠੀਕ ਹੈ। ਉਹਨਾਂ ਨੇ ਮੈਨੂੰ ਸੁਜੈਸਟ ਕਰਿਆ ਸੀਗਾ ਤੁਸੀਂ ਕਰ ਕੰਸਲਟ ਕਰ ਲਓ ਨਾ। ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਰ? ਕੋਈ ਇਹਨਾਂ ਨੇ ਅਪਲਾਈ ਤੇ ਨਹੀਂ ਕੀਤਾ ਪਹਿਲਾਂ ਕਿਸੇ ਕੰਟਰੀ? ਸਾਡੇ ਐਕਸਪਰਟ ਪੁੱਛ ਰਹੇ ਨੇ ਤੁਸੀਂ ਪਹਿਲਾਂ ਕਿਤੇ ਅਪਲਾਈ ਕੀਤਾ ਹੈ ਕੈਨੇਡਾ ਜਾਂ ਕੋਈ ਹੋਰ ਕੰਟਰੀ ਦੇ ਵਿੱਚ? ਨਹੀਂ ਮੈਮ ਬਿਲਕੁਲ ਫਰੈਸ਼ ਕੇਸ ਹੈ ਜੀ। ਫਰੈਸ਼ ਕੇਸ ਹੈ। ਠੀਕ ਹੈ ਸਰ।
ਬਿਲਕੁਲ ਮੈਡਮ, ਇਹ ਜੀ ਕਈ ਪ੍ਰੋਫਾਈਲਸ ਤੇ ਨੈਕਸਟ ਵੱਲੋਂ ਜਿਹੜੇ ਵੀਜ਼ਾਸ ਨੇ ਗ੍ਰਾਂਟ ਹੋਏ ਹੈਗੇ ਆ। ਤਾਂ ਇਸ ਬੱਚੇ ਦੀ ਜੇ ਆਪਾਂ ਗੱਲ ਕਰੀਏ 2019 ਚ ਇਹਨੇ MA ਕੀਤੀ ਹੈਗੀ ਹੈ ਵਿਦ 60% ਔਰ ਓਵਰਆਲ 6.5 ਬੈਂਡ ਹੈਗੇ ਆ, ਨਾਟ ਲੈਸ ਦੈਨ 5.5। ਹਾਂਜੀ। ਤਾਂ ਇਹਨਾਂ ਨੂੰ PG ਡਿਪਲੋਮਾ ਮਿਲੇਗਾ ਔਰ ਇਹਨਾਂ ਦਾ ਜਿਹੜਾ ਕਾਲਜ ਰਹੇਗਾ ਦੈਟ ਵਿਲ ਬੀ ਸੈਮੀ ਗਵਰਨਮੈਂਟ ਕਾਲਜ। ਠੀਕ ਹੈ। ਤੇ ਵੀਜ਼ਾ ਦੇ ਚਾਂਸਿਸ ਬਹੁਤ ਇਹਨਾਂ ਦੇ ਵੀ ਬ੍ਰਾਈਟ ਹੈਗੇ ਆ ਕਿਉਂਕਿ ਜਿੱਦਾਂ ਦੀ ਪ੍ਰੋਫਾਈਲ ਹੈਗੀ ਹੈ, ਗੈਪ ਨਹੀਂ ਹੈਗਾ, ਪਰਸੈਂਟੇਜ ਅੱਛੀ ਹੈਗੀ ਹੈ। ਪਰ ਇਹਦੇ ਲਈ ਜੋ ਅਸੈਸਮੈਂਟ ਲੈਣੀ ਹੈ, ਜੋ ਪ੍ਰੋਪਰਲੀ ਅਸੀਂ ਗਾਈਡ ਇਹਨਾਂ ਨੂੰ ਕਰਨਾ ਹੈਗਾ, ਤਾਂ ਇਹਨਾਂ ਦੇ ਸਾਨੂੰ ਡਾਕੂਮੈਂਟਸ ਚਾਹੀਦੇ ਆ। ਤਾਂ ਮੈਂ ਇਹੀ ਰਿਕੁਐਸਟ ਕਰਦਾ ਕਿ ਦਰਸ਼ਕੋ ਤੁਸੀਂ ਇਸ ਸ਼ੋਅ ਨੂੰ ਤੁਸੀਂ ਜੇ ਦੇਖ ਰਹੇ ਹੋ ਤਾਂ ਆਪਣੇ ਪ੍ਰੋਪਰ ਜਿਹੜੇ ਡਾਕੂਮੈਂਟਸ ਹੈ ਐਕੈਡੈਮਿਕਸ ਹੈ ਉਹਨੂੰ ਸਕੈਨ ਕਰਕੇ ਭੇਜਿਆ ਕਰੋ, ਫੋਟੋਗ੍ਰਾਫਸ ਖਿੱਚ ਕੇ ਨਾ ਭੇਜਿਆ ਕਰੋ, ਪ੍ਰੋਪਰ ਸਕੈਨ ਕਰਕੇ ਭੇਜੋ। ਤੁਹਾਨੂੰ ਅਸੈਸਮੈਂਟ ਜਿਹੜੀ ਹੈ ICCRC ਮੈਂਬਰ ਤੋਂ ਪ੍ਰੋਪਰਲੀ ਦਿੱਤੀ ਜਾਊਗੀ। ਤੁਹਾਨੂੰ ਕਿਹੜਾ ਕਾਲਜ ਮਿਲਣਾ ਹੈਗਾ, ਤੁਹਾਨੂੰ ਕਿਹੜਾ ਕੋਰਸ ਮਿਲਣਾ ਹੈਗਾ ਔਰ SOP। ਜੇ ਆਪਾਂ ਗੱਲ ਕਰੀਏ ਮੈਡਮ, ਅਸੀਂ ਗੱਲ ਕਰ ਰਹੇ ਸੀ ਕਿ ਵੀਜ਼ਾਸ ਨੂੰ ਕਿੱਦਾਂ ਆਪਾਂ ਬੱਚੇ ਕਿੱਦਾਂ ਇੱਕ ਵੀਜ਼ਾਸ ਤੱਕ ਪਹੁੰਚ ਸਕਦੇ ਹੈ। ਆਪਾਂ ਇਸ ਚਰਚਾ ਇਸ ਗੱਲ ਤੇ ਕਰ ਰਹੇ ਸੀ ਜਦ ਕਿ ਵਿੱਚ ਕਾਲ ਆ ਗਈ। ਵਧਾ ਸਕਦੇ ਹਾਂ ਵੀਜ਼ਾ ਲੱਗਣ। ਹੁਣ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਰਿਪਰੈਜ਼ੈਂਟੇਸ਼ਨ ਆਫ ਫਾਈਲ ਦੇ ਵਿੱਚ ਨਾ SOP ਇੱਕ ਕੀ ਹੋਣਾ ਹੈ, ਦੈਟ ਇਜ਼ ਮੇਨ ਪਾਰਟ। ਤਾਂ ਉਹ ਤੋਂ ਬਗੈਰ ਤਾਂ ਵੀਜ਼ਾ ਜਿਹੜਾ ਹੈ ਅਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ। ਗੱਲ ਇਹ ਹੈ ਕਿ ਥਰੂ ਯੂਰ ਐਕੈਡੈਮਿਕਸ ਤੁਸੀਂ ਕੀ ਇੱਕ ਵੀਜ਼ਾ ਆਫਿਸਰ ਨੂੰ ਦੱਸ ਸਕਦੇ ਹੋ ਕਿ ਮੈਂ ਕੀ ਚੀਜ਼ ਕੀਤੀ, ਜੇ ਤੁਹਾਡਾ ਗੈਪ 1 ਸਾਲ ਦਾ ਜਾਂ 2 ਸਾਲ ਦਾ ਗੈਪ ਹੈ ਜਾਂ ਕੀ ਕਾਰਨ ਰਹੇ ਹੈ, ਕੀ ਤੁਸੀਂ ਥਰੂ ਯੂਰ ਐਕੈਡੈਮਿਕਸ ਕੈਨ ਯੂ ਕਨਵਿੰਸ ਵੀਜ਼ਾ ਆਫਿਸਰ ਕਿ ਤੁਹਾਡਾ ਇਹ ਗੈਪ ਕਿਸ ਚੀਜ਼ ਦਾ ਰਿਹਾ। ਐਕੈਡੈਮਿਕਸ ਦੇ ਜਿਹੜੇ ਹੁੰਦੇ ਆ, ਚਾਹੇ IELTS ਸਕੋਰ ਆ, ਵਾਟਐਵਰ ਜਿਹੜੇ ਵਿੱਚ ਆਉਂਦੇ ਐਕੈਡੈਮਿਕਸ ਦੇ ਵਿੱਚ, ਤਾਂ ਵੀਜ਼ਾ ਆਫਿਸਰ ਉਹਨਾਂ ਨੂੰ ਦੇਖਦਾ ਕਿ ਦੈਟ ਆਰ ਅਥੈਂਟਿਕ ਔਰ ਨਾਟ। ਬਟ ਤੁਸੀਂ ਕੀ ਚਾਹੁੰਦੇ ਹੋ, ਕਿਹੜੀ ਪੜ੍ਹਾਈ ਕਰਨਾ ਚਾਹੁੰਦੇ ਹੋ, ਕਿਹੜੀ ਪੜ੍ਹਾਈ ਤੁਸੀਂ ਇੰਡੀਆ 'ਚ ਕੀਤੀ, ਤੁਸੀਂ ਕੈਨੇਡਾ ਪੜ੍ਹ ਕੇ ਵਾਪਸ ਆ ਕੇ ਇੰਡੀਆ ਕੀ ਕਰਨੇ ਚਾਹੁੰਦੇ ਹੋ, ਤੁਹਾਡਾ ਪਰਪਸ ਕੀ ਹੈ। ਮੈਂ ਪੰਜਾਬੀ 'ਚ ਤਾਂ ਚੀਜ਼ਾਂ ਸਮਝਾ ਰਿਹਾ ਕਿ ਹਰ ਇੱਕ ਚੀਜ਼ ਕਲੀਅਰਲੀ ਦਰਸ਼ਕ ਇਸ ਚੀਜ਼ ਨੂੰ ਸਮਝ ਸਕਣ ਕਿ ਜਦ ਤੱਕ ਤੁਸੀਂ ਇੱਕ ਵੀਜ਼ਾ ਆਫਿਸਰ ਨੂੰ ਆਪਣਾ ਇੱਕ ਪਰਪਸ ਨਹੀਂ ਦੱਸਦੇ, ਤੁਸੀਂ ਆਪਣਾ ਇੱਕ ਕਾਰਨ ਦੱਸਦੇ ਕਿ ਵਾਈ ਵਾਂਟ ਟੂ ਸਟੱਡੀ ਇਨ ਕੈਨੇਡਾ, ਆਫਟਰ ਕੰਪਲੀਸ਼ਨ ਆਫ ਸਟੱਡੀ ਵਾਈ ਆਰ ਗੋਇੰਗ ਟੂ ਕਮ ਬੈਕ ਟੂ ਇੰਡੀਆ, ਵਾਟ ਆਈ ਵਿਲ ਗੋਇੰਗ ਟੂ ਡੂ। ਤਾਂ ਆਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੈ ਔਰ ਤੁਹਾਨੂੰ ਇੱਕ SOP ਲਿਖਣੀ ਪਏਗੀ। SOP ਨੂੰ ਜਿਹੜਾ ਇੱਕ ਪੋਲਿਸ਼ ਕਰਦੇ ਨੇ ਅੱਛੇ ਤਰੀਕੇ ਨਾਲ ਜਾਂ ਜਿਹੜੀਆਂ ਕਮੀਆਂ ਦੂਰ ਕਰਦੇ ਨੇ ICCRC ਮੈਂਬਰ ਦੂਰ ਕਰਦੇ ਨੇ। ਉਹਨਾਂ ਨੂੰ ਲੂਪ ਹੋਲਸ ਪਤਾ ਹੁੰਦੇ ਨੇ ਸਾਰੇ। ਦੇਖੋ ਹਰ ਕੰਪਨੀ ਇੱਕ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ, ਹਰ ਕੰਪਨੀ ਆਪਣੇ ਲੂਪਹੋਲ ਨਹੀਂ ਦੱਸਦੀ। ਇਦਾਂ ਹੀ ਨੈਕਸਟ ਇਮੀਗ੍ਰੇਸ਼ਨ ICCRC ਮੈਂਬਰ ਨਾਲ ਰਾਬਤਾ ਕਾਇਮ ਕਰਕੇ ਤਾਂ ਹੀ ਚੱਲਦਾ ਕਿ ਵੀਜ਼ਾ ਸਕਸੈਸ ਰੇਟ ਹਾਈ ਹੋਵੇ, ਰਿਜੈਕਸ਼ਨਸ ਘਟਣ। ਜੇ ਬੱਚਿਆਂ ਦੀ ਰਿਜੈਕਸ਼ਨਸ ਕਿਸੇ ਕਾਰਨ ਕਰਕੇ ਕਿਸੇ ਕੰਸਲਟੈਂਟ ਤੋਂ ਆਉਂਦੀਆਂ ਵੀ ਹੈ ਤਾਂ ਉਹਨਾਂ ਨੂੰ ਪੈਨਿਕ ਨਹੀਂ ਹੋਣਾ ਚਾਹੀਦਾ, ਵੀਜ਼ਾ ਤਦ ਵੀ ਉਹ ਲੈ ਸਕਦੇ ਆ। ਬਟ ਇਹ ਹੈ ਕਿ ਤੁਹਾਨੂੰ ਦੱਸਣਾ ਪਏਗਾ, ਸੱਚਾਈ ਦੱਸਣੀ ਪਏਗੀ, ਕੁਝ ਹਾਈਡ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਹਾਈਡ ਕਰੋਗੇ ਇੱਕ ਡਾਕਟਰ ਤੋਂ, ਇੱਕ ਲਾਇਰ ਤੋਂ ਤੇ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਤੁਸੀਂ ਹਾਈਡ ਕਰੋਗੇ ਤਾਂ ਤੁਸੀਂ ਆਪ ਮਰੋਗੇ। ਇਹ ਬਹੁਤ ਅੱਛੀ ਗੱਲ ਕਹੀ ਤੁਸੀਂ। ਇੱਕ ਡਾਕਟਰ ਤੋਂ, ਇੱਕ ਲਾਇਰ ਤੋਂ ਤੇ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਆਈ ਥਿੰਕ ਸਭ ਕੁਝ ਆਪਣੀ ਹਿਸਟਰੀ ਸਾਰਾ ਕੁਝ ਹੀ ਦੱਸ ਦੇਣਾ ਚਾਹੀਦਾ, ਸੋ ਉਹਦੇ ਫਾਈਲ ਨੂੰ ਪਹਿਲਾਂ ਹੀ ਇਸ ਤਰੀਕੇ ਨਾਲ ਅਸੈਸ ਕਰਵਾਉਣ ਕਿ ਕੋਈ ਰਿਜੈਕਸ਼ਨਸ ਦੇ ਕਾਰਨ ਨਾ ਹੋਣ। ਦੇਖੋ ਇੱਕ ਚੀਜ਼ ਇਹ ਵੀ ਦੇਖੀ ਜਾਂਦੀ ਹੈ ਮੈਡਮ ਕਿ ਕੁਝ ਜਿਹੜੇ ਬੱਚੇ ਹੈ ਕੰਸਲਟੈਂਟ ਤੋਂ ਹਾਈਡ ਕਰ ਲੈਂਦੇ ਆ, ਆਪਣੇ ਰਿਜੈਕਸ਼ਨਸ ਹੀ ਨਹੀਂ ਦੱਸਦੇ। ਤਾਂ ਕੁਝ ਕੰਸਲਟੈਂਟਸ ਹੀ ਉਹਨਾਂ ਨੂੰ ਕਹਿ ਦਿੰਦੇ ਕਿ ਤੁਸੀਂ ਆਹ ਚੀਜ਼ ਹਾਈਡ ਕਰ ਲਓ। ਮੈਂ ਚਾਹੁੰਦਾ ਕਿ ਦੇਖੋ ਜਿਹੜੀ ਚੀਜ਼ਾਂ ਜੇ ਆਪਾਂ ਗੱਲ ਕਰੀਏ ਕੈਨੇਡਾ ਔਰ US ਦੀ, ਤਾਂ ਇਹਨਾਂ ਦਾ ਜਿਹੜਾ ਡਾਟਾ ਹੈਗਾ ਦੈਟ ਇਜ਼ ਸ਼ੇਅਰਿੰਗ, ਤਾਂ ਇਹ ਚੀਜ਼ਾਂ ਲੁਕੋੜੀਆਂ ਨਹੀਂ ਚਾਹੀਦੀਆਂ। ਚਾਹੇ ਤੁਹਾਡੀ ਰਿਫਿਊਜ਼ਲ ਕਿਸੇ ਵੀ ਕੰਟਰੀ ਤੋਂ ਹੈ, ਤੁਹਾਨੂੰ ਦੱਸਣਾ ਚਾਹੀਦਾ ਕਿ ਮੈਂ ਪੁੱਛਣ ਲੱਗੀ ਸੀ ਤੁਹਾਨੂੰ, ਰਿਜੈਕਸ਼ਨ ਦੀ ਗੱਲ ਆਈ ਹੈ, ਜਿਹੜੇ ਬੱਚਿਆਂ ਦੀ ਰਿਫਿਊਜ਼ਲ ਹੈ ਕੈਨੇਡਾ ਤੋਂ ਜਾਂ ਕੋਈ ਹੋਰ ਕੰਟਰੀ ਤੋਂ ਰਿਫਿਊਜ਼ਲ ਹੈ, ਉਹਨਾਂ ਦੇ ਲਈ ਇਹ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਕੀ ਸਟੇਟਸ ਹੈ, ਕੀ ਅਪਡੇਟ ਹੈ? ਜਦ ਆਪਾਂ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ ਬਹੁਤ ਈਜ਼, ਇੱਕ ਬਹੁਤ ਰਿਲੈਕਸੇਸ਼ਨ ਕੈਨੇਡਾ ਲੈ ਕੇ ਆ ਰਿਹਾ ਹੈ ਜਾਂ ਐਮਬੈਸੀਜ਼ ਨੇ ਦੁਬਾਰਾ ਸਾਰਾ ਕੁਝ ਰਿਜ਼ਿਊਮ ਕਰ ਦਿੱਤਾ ਹੈਗਾ, ਤਾਂ ਬੱਚਿਆਂ ਲਈ ਇਹ ਵੀ ਖੁਸ਼ਖਬਰੀ ਹੈ ਕਿ ਜਿਨ੍ਹਾਂ ਦੇ ਰਿਜੈਕਸ਼ਨਸ ਆਈਆਂ ਨੇ ਤੁਸੀਂ ਦੁਬਾਰਾ ਵੀਜ਼ਾ ਲੈ ਸਕਦੇ ਹੋ। ਪਰ ਵੀਜ਼ੇ ਤੱਕ ਪਹੁੰਚਣ ਲਈ ਤੁਹਾਨੂੰ ਜਸਟੀਫਾਈ ਕਰਨਾ ਪੈਣਾ, ਤੁਹਾਨੂੰ ਕਲੈਰੀਫਾਈ ਕਰਨਾ ਪੈਣਾ ਤੁਹਾਡਾ ਰੀਜ਼ਨ ਕੀ ਸੀ। ਤੁਹਾਡਾ ਕੋਈ ਵੀ ਰੀਜ਼ਨ ਰਿਹਾ, ਜੇ ਤੁਹਾਡੇ ਕੋਲ ਪ੍ਰੋਪਰ ਇੱਕ ਤੁਹਾਡੇ ਕੋਲ ਰਿਜੈਕਸ਼ਨ ਲੈਟਰ ਹੈਗੀ ਹੈ, ਤੁਹਾਨੂੰ ਪਤਾ ਕਿ ਮੇਰੀ ਡਾਕੂਮੈਂਟੇਸ਼ਨ ਕੀ ਲੱਗੀ ਹੈਗੀ ਹੈ, ਤਾਂ ਅਸੀਂ ਵੀਜ਼ਾ ਆਫਿਸਰ ਨੂੰ ਕਨਵਿੰਸ ਕਰਕੇ ਵੀਜ਼ਾ ਲੈ ਸਕਦੇ ਹਾਂ ਇਫ ਵੀ ਵਿਲ ਗੋਇੰਗ ਟੂ ਜਸਟੀਫਾਈ। ਜੇ ਤੁਸੀਂ ਝੂਠ ਬੋਲਦੇ ਹੋ, ਚਾਹੇ ਕਿਸੇ ਵੀ ਕੰਟਰੀ ਦੀ ਰਿਫਿਊਜ਼ਲ ਰਹੀ ਹੈ, ਚਾਹੇ ਆਸਟ੍ਰੇਲੀਆ ਦੀ ਰਹੀ ਹੈ, UK ਦੀ ਰਹੀ ਹੈ, ਚਾਹੇ ਕੈਨੇਡਾ ਇਟਸੈਲਫ ਦੀ ਰਹੀ ਹੈ, ਤੁਸੀਂ ਕੈਨੇਡਾ ਵੀ ਅਪਲਾਈ ਕਰਕੇ ਜਾ ਸਕਦੇ ਹੋ। ਗੱਲ ਇਹ ਹੈ ਕਿ ਤੁਸੀਂ
ਕੀ ਉਹ ਚੀਜ਼ਾਂ ਸਾਰੀਆਂ ਹਾਈਡ ਕੀਤੇ ਬਗੈਰ ਦੱਸੋਗੇ ਠੀਕ ਹੈ ਤਾਂ ਉਹ ਦੱਸਣੀਆਂ ਬਹੁਤ ਜ਼ਰੂਰੀ ਨੇ। ਜੇ ਤੁਹਾਡੇ ਬੱਚਿਓ ਦਰਸ਼ਕੋ ਜੇ ਤੁਹਾਡੀ ਰਿਫਿਊਜ਼ਲਸ ਕਿਸੇ ਵੀ ਕਾਰਨ ਕਰਕੇ ਰਹੀਆਂ, ਚਾਹੇ ਕੈਨੇਡਾ ਦੇ ਪਬਲਿਕ ਕਾਲਜਸ ਤੋਂ ਆਈਆਂ, ਚਾਹੇ ਪ੍ਰਾਈਵੇਟ ਕਾਲਜਸ ਤੋਂ ਆਈਆਂ, ਚਾਹੇ ਕਿਸੇ ਵੀ ਕਾਲਜ ਤੋਂ ਜਾਂ ਯੂਨੀਵਰਸਿਟੀ ਤੋਂ ਆਈਆਂ ਹੈਗੀਆਂ, ਤਾਂ ਇੱਕ ਪ੍ਰੋਪਰ ਰੀਜ਼ਨ ਆਪਣੀ ਫਾਈਲ ਲੈ ਕੇ ਜ਼ਰੂਰ ਪਹੁੰਚੋ। ਤੁਸੀਂ ਬੇਸਿਕਲੀ ਬਹੁਤ ਅੱਛੀਆਂ ਗੱਲਾਂ ਦੱਸੀਆਂ। ਪ੍ਰੈਜੈਂਟੇਸ਼ਨ ਆਫ ਫਾਈਲ ਬਹੁਤ ਜ਼ਰੂਰੀ ਹੈ, ਇੱਕ ਕੰਸਲਟੈਂਟ ਦੀ ਚੋਣ, ਸਹੀ ਕੰਸਲਟੈਂਟ ਦੀ ਚੋਣ ਬਹੁਤ ਜ਼ਰੂਰੀ ਹੈ। ਸਟੇਟਮੈਂਟ ਆਫ ਪਰਪਸ ਬਾਰੇ ਤੁਸੀਂ ਦੱਸਿਆ ਹੈ। ਆਲਸੋ ਤੁਸੀਂ ਦੱਸ ਰਹੇ ਹੋ ਕਿਵੇਂ ਰਿਜੈਕਸ਼ਨਸ ਤੋਂ ਅਵੋਇਡ ਕੀਤਾ ਜਾਏ ਤੇ ਰਿਜੈਕਸ਼ਨਸ ਤੋਂ ਬਾਅਦ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਜਿਹੜੀ ਸਿਚੁਏਸ਼ਨ ਚੱਲ ਰਹੀ ਤੁਸੀਂ ਕਹਿ ਰਹੇ ਗੁੱਡ ਓਪਰਚੁਨਿਟੀ ਹੈ ਬੱਚਿਆਂ ਲਈ। ਬਿਲਕੁਲ। ਤੇ ਥੈਂਕ ਯੂ ਸੋ ਮਚ ਸਰ। ਹੁਣ ਸਮੇਂ ਇਜਾਜ਼ਤ ਨਹੀਂ ਦਿੰਦਾ, ਸ਼ੋਅ ਨੂੰ ਅੱਗੇ ਵਧਾਈਏ। ਥੈਂਕ ਯੂ ਸਾਡੇ ਸ਼ੋਅ ਦੇ ਵਿੱਚ ਆਉਣ ਲਈ। ਥੈਂਕ ਯੂ ਵੈਰੀ ਮਚ ਮੈਡਮ। ਤੁਹਾਡੇ ਜ਼ਹਿਨ 'ਚ ਅਗਰ ਕੋਈ ਵੀ ਕੁਐਸਚਨ ਕੁਐਰੀ ਆ ਰਹੀ ਹੈ, ਦਿੱਤੇ ਗਏ ਨੰਬਰ 'ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਨੈਕਸਟ ਇਮੀਗ੍ਰੇਸ਼ਨ ਦੇ ਜਿਹੜੇ ਆਫਿਸਰਸ ਹੈਗੇ ਆ ਤੁਸੀਂ ਡਾਇਰੈਕਟਲੀ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ। ਹੋਰ ਸਵਾਲ ਜਵਾਬ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਹੁਣ ਮੈਨੂੰ ਆਪਣੀ ਹੋਸਟ ਪ੍ਰਭਸਿਮਰਨ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Keep social distance.